ਅੱਜ ਮੇਰੀ ਖੁਦਨਵਿਸ਼ਤ ਦੀ ਇਹ ਚੌਥੀ ਕਿਸ਼ਤ ਹੈ। ਇਸ ਤੋਂ ਪਹਿਲੇ ਮੈਂ 3 ਵੀਡੀਓਜ਼ ਰਿਕਾਰਡ ਕਰ ਚੁੱਕਾ ਔਰ ਅੱਜ ਤਿੰਨਾਂ ਦਾ ਜਿਹੜੀਆਂ ਪਹਿਲੀਆਂ ਕੀਤੀਆਂ ਨੇ ਉਹਨਾਂ ਦਾ ਖੁਲਾਸਾ ਜਾਂ ਨਿਚੋੜ ਹੈ ਅੱਜ ਦੀ ਮੇਰੀ ਰਿਕਾਰਡਿੰਗ ਦੇ ਵਿੱਚ। ਔਰ ਇਹਦੇ ਇਲਾਵਾ ਮੈਂ ਥੋੜ੍ਹਾ ਜਿਹਾ ਰਿਵਿਊ ਇਹਦੇ 'ਚ ਪੇਸ਼ ਕਰਨਾ ਚਾਹਾਂਗਾ ਕਿ ਬਾਬਾ ਜੀ ਆਦਮ अलैहिस्सलाम ਤੋਂ ਲੈ ਕੇ ਤੇ 1947 ਤੱਕ ਮੈਂ ਰਹਾਂਗਾ, ਕਿਉਂਕਿ 1947 ਤੋਂ ਬਾਅਦ ਫਿਰ ਚੂँकि ਇੰਡੀਆ ਦੀ ਮੁਤਹਿਦਾ ਹਿੰਦੁਸਤਾਨ ਦੀ ਵੰਡ ਹੋ ਗਈ। ਉਸ ਤੋਂ ਪਹਿਲੇ ਜਿਹੜਾ ਹਿੰਦੁਸਤਾਨ ਦਾ ਕਲਚਰ ਸੀ, ਮਈਸ਼ਤ ਸੀ, ਮੁਆਸ਼ਰਤ ਸੀ, ਉਹ ਕਿਹੜੇ ਕਿਹੜੇ ਅਵਾਮਿਲ ਸਨ ਕਿ ਜਿਨ੍ਹਾਂ ਨੇ ਮੁਤਾਸਰ ਕੀਤਾ ਹਿੰਦੁਸਤਾਨ, ਮੁਤਹਿਦਾ ਹਿੰਦੁਸਤਾਨ ਦੀ ਮਈਸ਼ਤ ਤੇ ਮੁਆਸ਼ਰਤ ਨੂੰ। ਤੇ ਮੈਂ ਸ਼ੁਰੂ ਕਰਨਾ ਕਿ ਬਾਬਾ ਜੀ ਆਦਮ अलैहिस्सलाम ਇਨਸਾਨ ਪਹਿਲੇ ਸਨ ਤਖਲੀਕ ਜਦੋਂ ਕੀ ਹੋਈ, ਔਰ ਉਹਨਾਂ ਦੀ ਔਲਾਦ ਦੇ ਵਿੱਚੋਂ ਹਾਬੀਲ ਤੇ ਕਾਬੀਲ ਦੇ ਬਾਰੇ 'ਚ ਮਸ਼ਹੂਰ ਹੈ ਕਿ ਕਾਬੀਲ ਨੇ ਹਾਬੀਲ ਨੂੰ ਮਾਰ ਦਿੱਤਾ ਔਰ ਉਹਦੀ ਵਜ੍ਹਾ ਜਿਹੜਾ ਉਹ ਜ਼ਮੀਨ ਨਹੀਂ ਸੀ, ਜ਼ਰ ਨਹੀਂ ਸੀ, ਬਲਕਿ ਜ਼ਨ ਸੀ। ਆਮ ਤੌਰ 'ਤੇ ਕਿਹਾ ਜਾਂਦਾ ਕਿ ਜ਼ਨ, ਜ਼ਰ ਤੇ ਜ਼ਮੀਨ ਇਸ ਦੁਨੀਆ 'ਚ ਫਸਾਦ ਦੇ ਮੋਢੇ ਨੇ। ਤੇ ਹਾਬੀਲ ਤੇ ਕਾਬੀਲ ਦਾ ਜਿਹੜਾ ਪ੍ਰੋਬਲਮ ਸੀ, ਹਾਬੀਲ ਸ਼ਰੀਫ ਆਦਮੀ ਸੀ, ਲੇਕਿਨ ਜਿਸ ਖਾਤੂਨ ਦਾ ਨਿਕਾਹ ਹਾਬੀਲ ਨਾਲ ਹੋਣਾ ਸੀ ਉਹ ਖਾਤੂਨ ਕਾਬੀਲ ਨੂੰ, ਉਹਦੇ ਭਰਾ ਨੂੰ ਵੀ ਪਸੰਦ ਸੀ। ਲੇਕਿਨ ਉਹ ਉਸ ਵਕਤ ਦੇ ਤੈਅ ਕਰਦਾ ਜਿਹੜੇ ਅਸੂਲ ਸਨ ਉਹਨਾਂ ਦੇ ਮੁਤਾਬਕ ਉਸ ਖਾਤੂਨ ਦੀ ਜਿਹੜੀ ਸ਼ਾਦੀ ਹੈ ਉਹ ਹਾਬੀਲ ਦੇ ਨਾਲ ਹੋਣਾ ਸੀ। ਲੇਕਿਨ ਕਾਬੀਲ ਜ਼ੋਰਾਵਰ ਸੀ, ਜਾਂ ਕਹਿ ਲਓ ਤਗੜਾ ਸੀ, ਜਾਂ ਕਹਿ ਲਓ ਕਿ ਉਹ ਸ਼ੈਤਾਨ ਦੇ ਰਸਤੇ ਤੇ ਚੱਲਦਾ ਸੀ, ਕੁਛ ਵੀ ਕਹਿ ਸਕਦੇ ਹੋ ਤੁਸੀਂ। ਜਾਂ ਉਹ ਕਹਿ ਲਓ ਕਿ ਉਹ ਤਖਰੀਬ ਸੀ, ਹਾਬੀਲ ਤਾਮੀਰ ਸੀ। ਜਾਂ ਇਹ ਕਹਿ ਲਓ ਤੁਸੀਂ ਕਿ ਕਾਬੀਲ ਜਿਹੜਾ ਉਹ ਤਾਰੀਕੀ ਸੀ, ਹਾਬੀਲ ਜਿਹੜਾ ਉਹ ਰੋਸ਼ਨੀ ਸੀ। ਉਸ ਕਾਬੀਲ ਨੇ ਹਾਬੀਲ ਨੂੰ ਮਾਰ ਦਿੱਤਾ ਔਰ ਉਸ ਤੋਂ ਬਾਅਦ ਅੱਜ ਦੀ ਤਾਰੀਖ ਤੱਕ ਵੀ ਕਾਬੀਲ ਦੇ ਕਿਰਦਾਰ ਦੇ ਲੋਕ ਵੀ ਜ਼ਿੰਦਾ ਨੇ, ਔਰ ਜਿਹੜੇ ਬੇਗੁਨਾਹ ਕਤਲ ਕਰ ਦਿੱਤੇ ਜਾਂਦੇ ਨੇ ਹਾਬੀਲ ਦੇ ਕਿਰਦਾਰ ਦੇ ਲੋਕ ਵੀ ਜ਼ਿੰਦਾ ਨੇ। ਮੁਤਹਿਦਾ ਹਿੰਦੁਸਤਾਨ ਦੀ ਤਾਰੀਖ ਦੇ ਵਿੱਚ ਰਾਜੇ ਮਹਾਰਾਜੇ ਇਹਨਾਂ ਦੀਆਂ ਹਕੂਮਤਾਂ ਕਈ 100 ਸਾਲ ਤੱਕ ਰਹੀਆਂ, ਔਰ ਉਸ ਤੋਂ ਬਾਅਦ ਜਿਹੜਾ ਉਹ ਰਾਜੇ ਮਹਾਰਾਜੇ ਸਨ ਉਹਨਾਂ ਦੀ ਅਕਸਰੀਅਤ ਬੁੱਧ ਮਜ਼ਹਬ ਜਾਂ ਹਿੰਦੂ, ਬਿਲਖਸੂਸ ਹਿੰਦੂ ਮਜ਼ਹਬ ਦੇ ਲੋਕ ਸਨ। ਲੇਕਿਨ ਵਕਤ ਗੁਜ਼ਰਨ ਦੇ ਨਾਲ ਨਾਲ ਉਹ ਹਿੰਦੂ ਮਹਾਰਾਜੇ ਜਿਹੜੇ ਨੇ ਉਹਨਾਂ ਦੇ ਕੋਲ ਹਕੂਮਤਾਂ ਲੋਕੀ ਖੁੰਦੇ ਵੀ ਰਹੇ, ਨਵੀਆਂ ਹਕੂਮਤਾਂ ਵੀ ਆਉਂਦੀਆਂ ਰਹੀਆਂ, ਔਰ ਉਹ ਹਿੰਦੂ ਮਹਾਰਾਜੇ ਆਪਸ ਦੇ ਵਿੱਚ ਵੀ ਦਸਤੋ ਗਰੇਬਾਨ ਰਹੇ। ਔਰ ਮਈਸ਼ਤ ਦਾ ਇਸ ਇਲਾਕੇ ਸਾਰੇ ਦੇ ਵਿੱਚ ਜਿਹੜਾ ਮੁੱਢ ਉਹ ਜ਼ਰਾਤ ਹੀ ਸੀ ਕਿ ਐਗਰੀਕਲਚਰ ਜਿਹੜਾ ਉਹ ਆਪਣੀ ਜਿਸ ਵੀ ਸ਼ਕਲ ਸੀ ਉਹ ਮੌਜੂਦ ਸੀ, ਤੇ ਮਈਸ਼ਤ ਸਾਰੀ ਦੀ ਸਾਰੀ ਉਹਦਾ ਇਨਸਾਰ ਜ਼ਰਾਤ ਦੇ ਉੱਪਰ ਹੀ ਹੈ ਸੀ। ਕੋਈ ਸਨਅਤ, ਕੋਈ ਇੰਡਸਟਰੀ ਉਸ ਜ਼ਮਾਨੇ ਦੇ ਵਿੱਚ ਇਸ ਇਲਾਕੇ 'ਚ ਮੌਜੂਦ ਨਹੀਂ ਸੀ। ਅਗਰ ਕੋਈ ਚੀਜ਼ ਹੈ ਸੀ ਤੇ ਉਹ ਅਨਾਜ ਸੀ ਜਾਂ ਮੁਖਤਲਿਫ ਕਿਸਮ ਦੀ ਹੋਰ ਜ਼ਰਾਤ ਦੇ ਨਾਲ ਮੁਤਲਕਾ ਚੀਜ਼ਾਂ ਸਨ। ਇੰਡਸਟਰੀ ਦਾ ਨਾਮੋ ਨਿਸ਼ਾਨ, ਕੋਈ ਛੋਟੀ ਮੋਟੀ ਇੰਡਸਟਰੀ ਜਿਹੜੀ ਤੁਸੀਂ ਕਹਿ ਲਓ ਕਿ ਜਿਹੜੀ ਘਰਾਂ ਦੇ ਵਿੱਚ ਹੁੰਦੀ ਹੈ ਟ੍ਰੈਡੀਸ਼ਨਲ ਇੰਡਸਟਰੀ, ਉਹ ਤੇ ਹੋਏਗੀ, ਕੋਈ ਮਾਡਰਨ ਇੰਡਸਟਰੀ ਦਾ ਨਾਮੋ ਨਿਸ਼ਾਨ ਨਹੀਂ ਸੀ ਹੈਗਾ ਇਸ ਇਲਾਕੇ ਦੇ ਵਿੱਚ। ਅਗਰ ਤੁਸੀਂ ਜ਼ਰਾਏ ਕਮਿਊਨੀਕੇਸ਼ਨ ਦੀ ਗੱਲ ਕਰੋ ਤੇ ਕੋਈ ਰੋਡ ਸਟਰਕਚਰ ਪ੍ਰੋਪਰ ਨਹੀਂ ਸਨ ਹੁੰਦੇ। ਇਹ ਕੱਚੀਆਂ ਸੜਕਾਂ, ਕੱਚੇ ਰਾਹ, ਆਮ ਤੌਰ 'ਤੇ ਜਿਹੜੀ ਸਵਾਰੀ ਹੈ ਉਹ ਇਹ ਸੀ ਕਿ ਘੋੜੀਆਂ, ਘੋੜੇ ਜਾਂ ਬੈਲ ਕਾਰਟਸ ਵਗੈਰਾ ਜਿਹੜੀਆਂ ਨੇ, ਇਹ ਗੱਡੇ ਗੁੱਡੇ ਜਿਹੜੇ ਨੇ ਇਸਤੇਮਾਲ ਹੁੰਦੇ ਸਨ, ਜਾਂ ਉਹਨਾਂ ਜ਼ਮਾਨਿਆਂ 'ਚ ਹਾਥੀ ਇਸਤੇਮਾਲ ਹੁੰਦੇ ਸਨ। ਔਰ ਇਹੋ ਚੀਜ਼ ਹੀ ਜਿਹੜੇ ਰਾਜੇ ਮਹਾਰਾਜੇ ਨੇ ਇਹਨਾਂ ਦੀ ਜਿਹੜੀਆਂ ਫੌਜਾਂ ਹੁੰਦੀਆਂ ਸਨ ਉਹਨਾਂ ਦੇ ਕੋਲ ਵੀ ਸਾਜ਼ੋ ਸਾਮਾਨ ਜਾਂ ਆਉਣ ਜਾਣ ਦੀ ਸਵਾਰੀਆਂ ਦੇ ਵਿੱਚ, ਜਾਂ ਤੀਰ ਤਲਵਾਰ ਕਹਿ ਲਓ ਤੁਸੀਂ, ਜਿਹੜੀਆਂ ਆਮ ਤੁਸੀਂ ਇਹ ਫਿਲਮਾਂ ਦੇ ਵਿੱਚ ਵੀ ਵੇਖਦੇ ਰਹਿੰਦੇ ਹੋ, ਹਾਥੀ ਉਹਨਾਂ ਦਾ ਜਿਹੜਾ ਆਮ ਸਵਾਰੀ ਸੀ, ਜਾਂ ਘੋੜੇ ਘੋੜੀਆਂ ਇਹਨਾਂ ਦੇ ਆਮ ਸਵਾਰੀ ਸੀ। ਔਰ ਇਹਦੇ ਨਾਲ ਨਾਲ ਜਿਸ ਵੇਲੇ ਹਿੰਦੂ ਛਾਏ ਰਹੇ
ਕਈ 100 ਸਾਲ ਤੱਕ ਇਹਨਾਂ ਦੀ ਮੁਆਸ਼ਰਤ 'ਚ ਆਪਸ 'ਚ ਲੜਦੀ ਵੀ ਰਹੇ, ਲੇਕਿਨ ਹੁਕਮਰਾਨ ਬੇਸਿਕਲੀ ਹਿੰਦੂ ਹੀ ਰਹੇ। ਜ਼ਿਆਦਾ ਰੂਲ ਇਹਨਾਂ ਦਾ ਹੀ ਇਹ ਮੁਤਹਿਦਾ ਹਿੰਦੁਸਤਾਨ ਤੇ ਰਿਹਾ। ਔਰ ਇਹਦੇ 'ਚ ਆ ਕੇ ਫਿਰ ਬਾਹਰੋਂ ਜਿਹਨਾਂ ਲੋਕਾਂ ਨੇ ਐਂਟਰੈਂਸਿਸ ਪਾਈਆਂ, ਉਹਨਾਂ ਦੇ ਵਿੱਚ ਜਿਹੜੀ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਰਾਜਾ ਦਾਹਿਰ ਸੀ ਇਸ ਇਲਾਕੇ ਦੇ ਵਿੱਚ, ਖਾਸ ਤੌਰ ਤੇ ਸਿੰਧ ਦੇ ਇਲਾਕੇ 'ਚ, ਉਦੋਂ ਫਿਰ ਹੱਜਾਜ ਬਿਨ ਯੂਸਫ ਨੇ ਆਵਾਜ਼ ਸੁਣੀ ਇੱਥੋਂ ਦੇ ਮੁਸਲਮਾਨਾਂ ਦੀ, ਜਿਹੜੇ ਕਿ ਇਸ ਕਲਚਰ 'ਚ ਮੌਜੂਦ ਸਨ ਔਰ ਲੇਕਿਨ ਬੜੀ ਅਕਲੀਅਤ ਵਿੱਚ ਰਹਿੰਦੇ ਹੁੰਦੇ ਸਨ। ਉਹ ਹੁਕਮਰਾਨਾਂ ਦੀ ਸ਼ਕਲ 'ਚ ਨਹੀਂ ਸਨ ਉਸ ਜ਼ਮਾਨੇ ਦੇ ਵਿੱਚ, ਬੜੇ ਮਜ਼ਲੂਮ ਦੀ ਸ਼ਕਲ ਦੇ ਵਿੱਚ ਉਹ ਮੌਜੂਦ ਸਨ। ਤੇ ਦੀਬਲ, ਉਸ ਵਕਤ ਦੀ ਦੀਬਲ ਦੀ ਬੰਦਰਗਾਹ, ਜਿਹਨੂੰ ਕਿ ਕਰਾਚੀ ਹੁਣ ਕਿਹਾ ਜਾਂਦਾ ਹੈ, ਉਸ ਰਸਤੇ ਤੇ ਮੁਹੰਮਦ ਬਿਨ ਕਾਸਮ ਤੇ ਉਹਦੀਆਂ ਫੌਜਾਂ ਉਹ ਦਾਖਲ ਹੋਈਆਂ ਸਿੰਧ ਵਿੱਚ, ਔਰ ਉਹ ਮੁਲਤਾਨ ਔਰ ਅੱਗੇ ਜੰਗ ਔਰ ਅੱਗੇ ਬਹੁਤ ਦੂਰ ਤੱਕ ਕਹਿੰਦੇ ਨੇ ਕਿ ਉਹ ਫਤੂਹਾਤ ਕਰਦੇ ਆਏ। ਔਰ ਉਸ ਤੋਂ ਬਾਅਦ ਫਿਰ ਉਹ ਇੱਥੋਂ ਜੰਗਾਂ ਇੱਥੇ ਸ਼ੁਰੂ ਹੋ ਗਈਆਂ। ਰਾਜਾ ਦਾਹਿਰ, ਫਿਰ ਜਿਵੇਂ ਰਣਜੀਤ ਸਿੰਘ ਨੇ, ਤੁਹਾਨੂੰ ਉਹ ਅੱਗੇ ਮੁਖਤਲਿਫ ਹਿਸਟਰੀ ਹੈਗੀ ਹੈ ਕਿ ਜਿਵੇਂ ਇਲਾਕਾ ਚੰਗ ਹੈ, ਉਹਦੇ ਵਿੱਚ ਜਿਹੜਾ ਕੋਈ ਸਿਆਲ ਹੁੰਦੇ ਸਨ, ਕੋਈ ਜਿਹੜੇ ਨੂਨ ਹੁੰਦੇ ਸਨ, ਕੋਈ ਖੋਖਰ ਕਬਾਇਲ ਹੁੰਦੇ ਸਨ। ਇਹਨਾਂ ਦੀਆਂ ਆਪਸ ਦੇ ਵਿੱਚ ਲੜਾਈਆਂ ਵੀ ਚੱਲਦੀ ਰਹੀਆਂ ਔਰ ਮੁਖਤਲਿਫ ਜਗ੍ਹਾ ਤੇ ਰੂਲਰ ਵੀ ਬਣੇ ਰਹੇ। ਬਹਰਹਾਲ ਬੁਨਿਆਦੀ ਤੌਰ ਤੇ ਇੱਥੇ ਦੀ ਮੁਆਸ਼ਰਤ ਤੇ ਜਿਹੜਾ ਅਸਰ ਮੁਸਲਮਾਨਾਂ ਦਾ ਇਹ ਸ਼ੁਰੂ ਹੋਇਆ ਜਦੋਂ ਕਿ ਮੁਗਲ ਹੁਕਮਰਾਨ ਆਏ। ਹੁਣ ਇਹ ਇਸਲਾਮ ਦੀ ਇਹ ਜਿਹੜੀ ਸ਼ਕਲ ਸੀ ਨਾ ਮੁਗਲਿਆ ਦੌਰ ਦੇ ਵਿੱਚ ਹੁਕਮਰਾਨਾਂ ਦੀ, ਹੁਣ ਇਹਦੇ ਵਿੱਚ ਬੜਾ ਅਜੀਬ ਉਹ ਪੈਗਾਮ ਜਿਹੜਾ ਕਿ ਅੱਲਾਹ ਤਾਲਾ ਦਾ ਔਰ ਅੱਲਾਹ ਦੇ ਰਸੂਲ ਦਾ ਪੈਗਾਮ ਸੀ, ਜਿਹੜਾ ਕਿ 1400 ਸਾਲ ਪਹਿਲੇ ਆਪ ਸੱਲੱਲਾਹੁ ਅਲੈਹਿ ਵਸੱਲਮ ਆਖਰੀ ਪੈਗੰਬਰ ਹੋਣ ਦੀ ਸੂਰਤ 'ਚ ਅੱਲਾਹ ਤਾਲਾ ਨੇ ਪੈਗਾਮ ਭੇਜਿਆ। ਉਸ ਪੈਗਾਮ ਤੋਂ ਇਹ ਮੁਗਲ ਹੁਕਮਰਾਨ ਵੀ ਬਹੁਤ ਦੂਰ ਸਨ ਔਰ ਜਿਹੜਾ ਇੱਥੇ ਇਸਲਾਮ ਦੀ ਨਾਮ ਲੈ ਕੇ ਫੈਲਾਇਆ ਗਿਆ ਉਹ ਇਸਲਾਮ ਵੀ ਬੜਾ ਡਿਫਰੈਂਟ ਸੀ। ਔਰ ਇਹ ਕਮੋ ਬੇਸ਼ ਉਹ ਹੀ ਕੁਤਾਹੀਆਂ ਇਹਦੇ ਵਿੱਚ ਵੀ ਮੌਜੂਦ ਸਨ, ਜਿਹੜੀਆਂ ਕਿ ਤੌਰਾਤ ਦੇ ਫਾਲੋਅਰ ਵਿੱਚ ਸਨ, ਜਿਹੜੀਆਂ ਜ਼ਬੂਰ ਦੇ ਫਾਲੋਅਰਸ ਦੇ ਵਿੱਚ ਸਨ, ਜਿਹੜੀਆਂ ਇੰਜੀਲ ਦੇ ਫਾਲੋਅਰਸ ਵਿੱਚ ਸਨ। ਉਹ ਕੀ ਖਾਮੀਆਂ ਸਨ? ਬੁਨਿਆਦੀ ਤੌਰ ਤੇ ਸਭ ਤੋਂ ਵੱਡੀ ਖਾਮੀ ਸ਼ਿਰਕ ਸੀ ਕਿ ਜਿਹੜਾ ਅੱਲਾਹ ਤਾਲਾ ਨੇ ਜਿਹੜਾ ਵੀ ਸੁਣਿਆ ਜਾਂ ਪੈਗਾਮ ਤੌਰਾਤ ਹੀ ਦਿੱਤਾ ਜਾਂ ਜ਼ਬੂਰ ਹੀ ਦਿੱਤਾ ਜਾਂ ਇੰਜੀਲ ਵਿੱਚ ਦਿੱਤਾ, ਉਹ ਅਸਲ ਪੈਗਾਮ ਇਹ ਸੀ ਕਿ ਤੁਸੀਂ ਮੇਰੀ ਮਖਲੂਕ ਹੋ ਔਰ ਤੁਹਾਡਾ ਨਫਾ ਨੁਕਸਾਨ ਹਰ ਚੀਜ਼ ਦਾ ਜਿਹੜਾ ਉਹ ਮੈਂ ਕਰ ਸਕਣਾ, ਤੁਹਾਨੂੰ ਮੇਰੀ ਮਰਜ਼ੀ ਤੋਂ ਬਗੈਰ ਨਾ ਕੋਈ ਦੇ ਸਕਦਾ, ਨਾ ਮੇਰੀ ਮਰਜ਼ੀ ਤੋਂ ਬਗੈਰ ਤੁਹਾਡੇ ਕੋਲ ਕੋਈ ਲੈ ਸਕਦਾ। ਦੂਸਰੀ ਗੱਲ ਕਿ ਜੇ ਤੁਸੀਂ ਆਪਣੀਆਂ ਮੰਨਤਾਂ ਮੰਨ ਕੇ ਮੇਰੇ ਅੱਗੋਂ ਜਿਹੜੇ ਬੰਦੇ ਨੇ, ਜਿਹੜੇ ਮੇਰੇ ਪੈਗੰਬਰ ਭੇਜੇ ਨੇ ਜਾਂ ਅੱਗੋਂ ਉਹਨਾਂ ਦੇ ਜਿਹੜੇ ਨੇੜੇ ਨੇ, ਇਹ ਮੈਂ ਜਿਹੜਾ ਤੌਰਾਤ ਜਾਂ ਜ਼ਬੂਰ ਜਾਂ ਇੰਜੀਲ ਜਾਂ ਕੁਰਾਨ ਦੀ ਸੂਰਤ 'ਚ ਤੁਹਾਨੂੰ ਪੈਗਾਮ ਘੱਲਿਆ, ਅਗਰ ਇਹ ਤੁਸੀਂ ਇਹਨੂੰ ਅਸਲ ਨੂੰ ਜੜ ਨੂੰ ਮੁੱਢ ਨੂੰ ਛੱਡ ਦਿੱਤਾ ਤੇ ਤੁਸੀਂ ਅੱਗੋਂ ਆਪਣੇ ਆਪਣੇ ਉਲਮਾਏ ਦੀਨ, ਆਪਣੇ ਆਪਣੇ ਇਮਾਮਾਂ, ਆਪਣੇ ਆਪਣੇ ਪੀਰੋ ਮੁਰਸ਼ਿਦਾਂ ਦੇ ਵਿੱਚ ਵੰਡੇ ਗਏ ਤੇ ਤੁਸੀਂ ਇਸਲਾਮ ਦੀ ਅਸਲ ਸ਼ਕਲ ਤੋਂ ਉਸੇ ਤਰ੍ਹਾਂ ਹੀ ਦੂਰ ਹੋ ਜਾਓਗੇ ਜਿਵੇਂ ਤੌਰਾਤ, ਜ਼ਬੂਰ, ਇੰਜੀਲ ਦੇ ਮੰਨਣ ਵਾਲੇ ਹੋਏ ਸਨ। ਔਰ ਜਿਹਦੀ ਵਜ੍ਹਾ ਤੋਂ ਮੈਨੂੰ ਇੱਕ ਆਖਰੀ ਸੁਨਾ ਜਿਹੜਾ ਮੈਂ ਘੱਲਿਆ ਕੁਰਾਨ ਕਿਤਾਬ ਦੀ ਸ਼ਕਲ ਵਿੱਚ, ਜਿਵੇਂ ਤੁਸੀਂ ਇਹਦੇ ਚੋਂ ਵੱਖਰੇ ਹੋ ਜਾਓਗੇ, ਤੁਸੀਂ ਉਹੋ ਹੀ ਫਾਲੋ ਕਰ ਰਹੇ ਹੋਵੋਗੇ, ਉਹੋ ਹੀ ਗੁਨਾਹ ਕਰ ਰਹੇ ਹੋਵੋਗੇ ਜਿਵੇਂ ਤੌਰਾਤ ਵਾਲਿਆਂ ਕੀਤਾ, ਜ਼ਬੂਰ ਵਾਲਿਆਂ ਕੀਤਾ ਔਰ ਜਿਹੜਾ ਇੰਜੀਲ ਵਾਲਿਆਂ ਨੇ ਕੀਤਾ। ਹੁਣ ਮੁਗਲ ਹੁਕਮਰਾਨ ਜਿਸ ਵੇਲੇ ਇੱਥੇ ਆਏ ਤੇ ਮੁਗਲ ਹੁਕਮਰਾਨਾਂ ਦਾ ਸਟਾਈਲ, ਜਿਹੜਾ ਉਹਨਾਂ ਦਾ ਹੁਕਮਰਾਨੀ ਦਾ ਸਟਾਈਲ ਸੀ, ਉਹ ਕਿਤੇ ਦੂਰ ਦੂਰ ਤੱਕ ਵੀ ਮੁਸਲਮਾਨਾਂ ਦੇ ਨਾਲ ਰਲਦਾ ਮਿਲਦਾ, ਜਿਹੜਾ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸਿਆ ਸੀ ਉਹ ਨਹੀਂ ਸੀ ਹੈਗਾ। ਔਰ ਇਹ ਵੀ ਗੱਲ ਯਾਦ ਰਹੇ ਕਿ ਜਿਹਨੂੰ ਉਮਤ ਮੁਸਲਮਾ ਕਿਹਾ ਜਾਂਦਾ ਹੈ, ਉਹਨੂੰ ਅਸੀਂ ਮੰਨੀਏ ਜਾਂ ਨਾ ਮੰਨੀਏ, ਸਾਨੂੰ ਤਾਰੀਖ ਗਲਤ ਪੜ੍ਹਾਈ ਜਾਵੇ ਤਾਂ ਗਲਤ ਗੱਲ ਹੈ, ਲੇਕਿਨ ਆਪ ਸੱਲੱਲਾਹੁ ਅਲੈਹਿ ਵਸੱਲਮ ਤੋਂ ਜਾਣ ਤੋਂ ਬਾਅਦ ਬਨੂ ਉਮਈਆ, ਬਨੂ ਅਬਾਸੀਆ, ਫਿਰ ਅੱਗੇ ਖਿਲਾਫਤ ਸ਼ੁਰੂ ਹੋ ਗਈ ਜਿਹੜੀ ਉਸ ਖਿਲਾਫਤ ਉਸਮਾਨੀਆ ਤੱਕ ਆਉਂਦੀ ਹੈ। ਉੱਥੇ ਮੁਸਲਮਾਨ ਦਸਤੋ ਗਰੀਬਾਨ ਹੀ ਆਪਸ 'ਚ ਰਹੇ ਔਰ ਜਿਹੜਾ ਅਸਲ ਸਨਾਹ ਸੀ ਕਿ ਰੱਬ ਇੱਕ ਹੈ, ਰੱਬ ਦੀ ਜਿਹੜੀ ਪੂਜਾ ਕਰਨੀ ਹੈ, ਉਸ ਤੋਂ ਇਲਾਵਾ ਕੋਈ ਮਾਬੂਦ ਨਹੀਂ, ਉਸ ਤੋਂ ਇਲਾਵਾ ਕੋਈ ਨਫਾ ਨੁਕਸਾਨ ਤੁਹਾਨੂੰ ਦੇ ਨਹੀਂ ਸਕਦਾ। ਔਰ ਉਹਦਾ ਅਸਲ ਪੈਗਾਮ ਲੋਕਾਂ 'ਚ ਉਹ ਵੰਡਣ ਦੀ ਬਜਾਏ ਜਿਵੇਂ ਜਿਵੇਂ ਅੱਗੇ ਮੁਖਤਲਿਫ ਮੁਹਤਰਮ ਇਮਾਮੈਨ ਤਸ਼ਰੀਫ ਲਿਆਏ, ਹਰ ਇੱਕ ਦੀ ਇੰਟਰਪ੍ਰੀਟੇਸ਼ਨ ਡਿਫਰੈਂਟ, ਹਰ ਇੱਕ ਦਾ ਪੈਗਾਮ ਡਿਫਰੈਂਟ ਹੁੰਦਾ ਗਿਆ। ਫਿਰ ਇਮਾਮੈਨ ਤੋਂ ਵੀ ਗੱਲ ਅੱਗੇ ਵੱਧ ਗਈ, ਫਿਰ ਮੁਖਤਲਿਫ ਇਲਾਕਾਈ ਮਦਰਸੇ ਬਣ ਗਏ, ਕੋਈ ਕਿਸੇ ਨਾਮ ਤੋਂ, ਕੋਈ ਕਿਸੇ ਨਾਮ ਤੋਂ। ਮੁਖਤਲਿਫ ਵਲੀਉੱਲਾ ਜਿਹੜੇ ਨੇ ਉਹਨਾਂ ਦਾ ਆਪਣਾ ਪੈਗਾਮ ਦਰੁਸਤ ਹੋਏਗਾ, ਲੇਕਿਨ ਜਿਹੜਾ ਉਹਨਾਂ ਦੀ ਇੰਟਰਪ੍ਰੀਟੇਸ਼ਨ ਨੇ
ਕਿ ਉਸ ਤੋਂ ਬਾਅਦ ਕਈ ਸੌ ਸਾਲ ਬਾਅਦ ਚੱਲਦਾ ਪਾਰਟਿਕੂਲਰਲੀ ਹਿੰਦੁਸਤਾਨ ਵਿੱਚ ਜਿਹੜਾ ਪੈਗਾਮ ਆਇਆ, ਇਹ ਸੂਫੀਆਨਾ ਪੈਗਾਮ ਜਿਹੜੇ ਨੇ ਉਹ ਜ਼ਿਆਦਾ ਫੈਲਣਾ ਸ਼ੁਰੂ ਹੋਇਆ। ਸੂਫੀਆਨਾ ਪੈਗਾਮ ਦੀ ਅਸਲ ਮੁਮਕਿਨ ਹੈ ਠੀਕ ਹੋਵੇ, ਲੇਕਿਨ ਜਿਹਨੂੰ ਤਫਰਕਾਬਾਜ਼ੀ ਕਹਿੰਦੇ ਨੇ, ਰਫਤਾ ਰਫਤਾ ਗੱਦੀ ਨਸ਼ੀਨ ਆ ਗਏ, ਪੀਰ ਆ ਗਏ, ਮੁਰਸ਼ਦ ਆ ਗਏ, ਅਸਲ ਇਸਲਾਮ ਤੋਂ ਅਸੀਂ ਦੂਰ ਹੁੰਦੇ ਚਲੇ ਗਏ ਔਰ ਇਹਦਾ ਸਾਡੀ ਮਈਸ਼ਤ ਔਰ ਮੁਆਸ਼ਰਤ ਤੇ ਇਹਦੇ ਅਸਰਾਤ ਪੈਦਾ ਹੋਏ। ਉਹ ਦੀਨ ਜਿਨਨੇ ਗੁਲਾਮੀ ਦੀ ਨਫੀ ਕੀਤੀ, ਉਹ ਗੁਲਾਮੀ ਆਹਿਸਤਾ ਆਹਿਸਤਾ ਇਹਨਾਂ ਰਾਜਿਆਂ ਮਹਾਰਾਜਿਆਂ ਦੇ ਅੰਡਰ ਔਰ ਜਿਹੜੇ ਕਿ ਇਸਲਾਮ ਤੋਂ ਵੀ ਪਹਿਲੋਂ ਦੇ ਇੱਥੇ ਸ਼ੁਰੂ ਸਨ, ਉਹ ਗੁਲਾਮੀ ਬਰਕਰਾਰ ਕੰਟੀਨਿਊ ਰਹੀ। ਚੇਂਜ ਆਏ ਕਿ ਮੁਗਲਿਆ ਦੌਰੇ ਹਕੂਮਤ ਦੇ ਵਿੱਚ ਜਿਹੜੇ ਵੀ ਮੁਗਲ ਹੁਕਮਰਾਨ ਆਏ ਕਈ ਸੌ ਸਾਲ ਤੱਕ ਉਹਨਾਂ ਵੀ ਹੁਕਮਰਾਨੀ ਕੀਤੀ, ਉਹਨਾਂ ਨੇ ਵੀ ਤਰਜ਼ੇ ਹੁਕਮਰਾਨੀ ਉਹ ਹੀ ਰੱਖਿਆ, ਤਕੱਬਰ, ਆਕੜ, ਫਿਰਾਉਨੀਅਤ, ਔਰ ਅੱਗੋਂ ਉਹਨਾਂ ਨੇ ਆਪਣੇ ਆਪਣੇ ਹਿਸਾਬ ਦੇ ਮੁਤਾਬਕ ਜਿਹੜਾ ਉਲਮਾ ਹਜ਼ਰਾਤ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਲਮਾਏ ਸੂ ਪੈਦਾ ਕੀਤੇ, ਤਾਂ ਕਿ ਇਹ ਸਰਕਾਰ ਦੀ ਗੱਲ ਮੰਨਦਿਆਂ ਹੁਣ ਉਹੋ ਜਿਹੇ ਫਤਵੇ ਜਾਰੀ ਕਰਨ ਜਿਹੜੇ ਕਿ ਉਲਮਾਏ ਹੱਕ ਉਹਨਾਂ ਦੇ ਐਗਰੀ ਨਹੀਂ ਕਰਦੇ, ਲੇਕਿਨ ਉਲਮਾਏ ਸੂ ਸਰਕਾਰੀ ਦਰਬਾਰੀ ਮੁਲਾਜ਼ਮ ਹੋਣ ਦੇ ਨਾਤੇ ਇਸਲਾਮ ਦੀ ਇੰਟਰਪ੍ਰੀਟੇਸ਼ਨ ਉਹ ਹੀ ਕਰਦੇ ਰਹੇ। ਔਰ ਗੁਲਾਮ ਜਿਹੜਾ ਇਹ ਕਿਸੇ ਨਾ ਕਿਸੇ ਸੂਰਤ ਗੁਲਾਮੀ, ਇਨਸਾਨਾਂ ਦੀ ਗੁਲਾਮੀ ਜਿਹੜੀ ਇਹ ਜਾਰੀ ਰਹੀ। ਉਹ ਅਲੱਗਾ ਗੱਲ ਹੈ ਕਿ ਗੁਲਾਮੀ ਦਾ ਤਰੀਕਾ ਕਾਰ ਬਦਲ ਗਿਆ। ਜ਼ੰਜੀਰਾਂ ਜਿਹੜੀਆਂ ਫਿਜ਼ੀਕਲ ਨਜ਼ਰ ਆਉਂਦੀਆਂ ਸਨ, ਇਹ ਜ਼ੰਜੀਰਾਂ ਨਜ਼ਰ ਨਾ ਆਉਂਦੀਆਂ, ਲੇਕਿਨ ਜਿਹੜਾ ਮਾਈਂਡ ਸੈਟ ਸੀ ਉਹ ਗੁਲਾਮ ਹੀ ਰਿਹਾ। ਹਾਂ, ਹੁਣ ਇਹ ਜਿਸ ਵੇਲੇ ਇੱਥੇ ਈਸਟ ਇੰਡੀਆ ਕੰਪਨੀ ਆਈ, ਈਸਟ ਇੰਡੀਆ ਕੰਪਨੀ ਨੇ ਕਿੱਥੋਂ ਆਈ? ਇਹ ਬ੍ਰਿਟਿਸ਼ ਗਵਰਨਮੈਂਟ ਸੀ, ਬਰਤਾਨਵੀ ਇਲਾਕੇ ਚੋਂ ਆਏ ਸਨ, ਇਹ ਅੰਗਰੇਜ਼ ਸਨ, ਇਹ ਗੋਰੇ ਸਨ, ਇਹ ਫਰੰਗੀ ਸਨ। ਹਾਲਾਂਕਿ ਅਮਰੀਕਾ ਦੇ ਵਿੱਚ ਵੀ ਨੇਟਿਵਸ ਦੀ ਸ਼ਕਲ ਵਿੱਚ ਗੁਲਾਮੀਆਂ ਮੌਜੂਦ ਸਨ, ਲੇਕਿਨ ਵਕਤ ਗੁਜ਼ਰਨ ਦੇ ਨਾਲ ਨਾਲ ਉਹ ਨੇਟਿਵਸ ਇੱਕ ਇਲਾਕਿਆਂ ਤੱਕ ਤੇ ਮਹਿਦੂਦ ਕਰਤਾ ਕਿ ਗੁਲਾਮਾਂ ਨੂੰ, ਲੇਕਿਨ ਸਰਕਾਰੀ ਸਤਹ ਤੇ ਜਿਹੜਾ ਜ਼ੰਜੀਰਾਂ ਬੰਨ ਕੇ ਗੁਲਾਮ ਅਫਰੀਕਾ ਦੇ ਕਾਲਿਆਂ ਨੂੰ ਲੈ ਜਾਂਦੇ ਸਨ ਗੋਰੇ, ਉਹ ਨਿਜ਼ਾਮ ਰਫਤਾ ਖਤਮ ਹੁੰਦਾ ਗਿਆ। ਲੇਕਿਨ ਸਾਡੀ ਮੁਆਸ਼ਰਤ ਦੇ ਵਿੱਚ, ਮੁਤਹਿਦਾ ਹਿੰਦੁਸਤਾਨ ਦੀ ਮੁਆਸ਼ਰਤ ਦੇ ਵਿੱਚ, ਸਰਕਾਰੀ ਦਰਬਾਰੀ ਮੁਸ਼ੀਰਾਂ ਦੀ ਸੂਰਤ ਵਿੱਚ ਔਰ ਅੱਗੋਂ ਇਹਨਾਂ ਦੇ ਜਿਹੜੇ ਏਜੰਟ ਸਨ ਉਹਨਾਂ ਦੀ ਸੂਰਤ 'ਚ ਕਿ ਅੰਗਰੇਜ਼ ਨੇ ਆ ਕੇ ਉਹਨੇ ਵੇਖਿਆ ਕਿ ਇੱਥੇ ਦੋ ਚੀਜ਼ਾਂ ਬੜੀਆਂ ਕੰਮ ਦੀਆਂ ਨੇ ਜਿਹੜੀਆਂ ਕਿ ਇਹਨਾਂ ਨੂੰ ਮੈਂ ਆਪਸ 'ਚ ਡਿਵਾਈਡ ਕਰ ਸਕਣਾ ਔਰ ਇੱਥੇ ਹਕੂਮਤ ਕਰ ਸਕਣਾ। ਉਹਦੇ 'ਚ ਇੱਕ ਤੇ ਮਜ਼ਹਬ ਕਾਰਡ ਯਾਨੀ ਤਫਰਕਾਬਾਜ਼ੀ ਦਾ ਕਾਰਡ, ਤੇ ਦੂਸਰਾ ਇਨਾਮੋ ਇਕਰਾਮ। ਉਹਨੇ ਇਹਨਾਂ ਹੀ ਮੁਸਲਮਾਨਾਂ ਦੇ ਵਿੱਚੋਂ ਜਿਹੜੇ ਕਿ ਮੁਗਲੀਅਤ ਦੌਰੇ ਹਕੂਮਤ ਤੋਂ ਬਾਅਦ ਜਿਹੜੇ ਉਹਨਾਂ ਨੂੰ ਤਾਂ ਖਤਮ ਕਰਤਾ ਮੁਗਲੀਆ ਹਕੂਮਤ ਨੂੰ। ਬਹਾਦਰ ਸ਼ਾਹ ਜ਼ਫਰ ਜਿਸ ਹਾਲਤ 'ਚ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਉਸ ਤੋਂ ਬਾਅਦ ਜ਼ੈਲਦਾਰ ਤੇ ਪਤਾ ਨਹੀਂ ਕਿਹੜੇ ਕਿਹੜੇ ਨੰਬਰਦਾਰ ਤੇ ਆਪਣੇ ਆਪਣੇ ਇਲਾਕਿਆਂ 'ਚ ਬੜੀਆਂ ਜਾਗੀਰਾਂ ਵੰਡ ਕੇ ਉਹ ਦੇ ਦਿੱਤੀਆਂ ਗਈਆਂ। ਹਾਂ, ਉਹ ਜਿਸ ਲਈ ਵੰਡਣ ਦਾ ਉਹਦਾ ਪਰਪਸ ਤੇ ਜ਼ਾਹਿਰ ਹੈ ਕਿ ਆਪਣੀ ਗਵਰਨਮੈਂਟ ਨੂੰ ਮਜ਼ਬੂਤ ਕਰਨਾ ਸੀ, ਲੇਕਿਨ ਇੱਕ ਕ੍ਰੈਡਿਟ ਜਿਹੜਾ ਕਿ ਉਸ ਫਰੰਗੀ ਹੁਕਮਰਾਨ ਨੂੰ ਜਾਂਦਾ ਹੈ, ਉਹ ਇਹ ਜ਼ਰੂਰ ਜਾਂਦਾ ਹੈ ਕਿ ਯਾਦ ਰੱਖੋ ਕਿ ਅੱਜ ਵੀ ਅਗਰ ਉਹ ਨਹਿਰਾਂ ਨਾ ਕੱਢਦਾ ਤੇ ਮੁਤਹਿਦਾ ਹਿੰਦੁਸਤਾਨ ਅੱਜ ਵੀ ਇਸੇ ਤਰ੍ਹਾਂ ਹੀ ਥਲ, ਚੋਲਸਤਾਨ, ਡੈਜ਼ਰਟ, ਰਾਜਸਥਾਨ ਇਹ ਹੀ ਹੁੰਦਾ। ਇੱਥੇ ਕੋਈ ਇਰੀਗੇਸ਼ਨ ਨਾ ਹੁੰਦੀ। ਇਹ ਕ੍ਰੈਡਿਟ ਉਹਦਾ ਬਣਦਾ ਹੈ। ਉਹਨੇ ਗੁਲਾਮ ਰੱਖਿਆ, ਇਹ ਮੁਗਲ ਵੀ ਰੱਖਦੇ ਸਨ, ਇਹ ਰਾਜੇ ਮਹਾਰਾਜੇ ਵੀ ਰੱਖਦੇ ਸਨ, ਲੇਕਿਨ ਫਰੰਗੀ ਨੇ ਆ ਕੇ ਇੱਕ ਤਬਦੀਲੀ ਲਿਆਂਦੀ ਜਿਹਨੂੰ ਈਸਟ ਇੰਡੀਆ ਕੰਪਨੀ ਕਹਿੰਦੇ ਨੇ, ਜਿਹੜਾ ਕਿ ਇੱਥੋਂ ਦੇ ਲੋਕ ਸਾਡੇ ਲੋਕਲ ਕਹਿੰਦੇ ਨੇ ਅਸੀਂ ਉਹਨਾਂ ਦੇ ਖਿਲਾਫ ਜਹਾਦ ਕੀਤਾ। ਲੇਕਿਨ ਜਿਹੜੀ ਉਹਨਾਂ ਦੀ ਨੇਕੀ ਹੈ ਕਿ ਉਹਨਾਂ ਇੱਥੇ ਰੇਲਵੇ ਦਾ ਨਿਜ਼ਾਮ ਦਿੱਤਾ, ਰੋਡ ਸਟਰਕਚਰ ਦਿੱਤੇ, GT ਰੋਡਸ ਦਿੱਤੀਆਂ ਔਰ ਇੱਥੇ ਰੇਲਵੇ ਟਰੈਕ ਵਿਛਾਏ ਔਰ ਇੱਥੇ ਨਹਿਰਾਂ ਦਾ ਨਿਜ਼ਾਮ ਜਾਰੀ ਕੀਤਾ। ਇਹਦਾ ਮਤਲਬ ਹੈ ਕਿ ਅਗਰ ਫਿਲ ਵਕਤ ਤਸਲੀਮ ਕਰ ਲਿਆ ਜਾਵੇ ਕਿ ਉਹ ਅਗਰ ਨਾ ਹੁੰਦੇ, ਪਲ ਭਰ ਅੱਖਾਂ ਬੰਦ ਕਰਕੇ ਸੋਚੋ ਕਿ ਕਿਆ ਅੱਜ ਇੱਥੇ ਜਿਹੋ ਜਿਹਾ ਐਗਰੀਕਲਚਰ ਹੋਣੇ, ਕਿਆ ਇਹੋ ਜਿਹਾ ਐਗਰੀਕਲਚਰ ਹੁੰਦਾ? ਅਗਰ ਇਹ ਸਿਲਸਿਲਾ ਜਿਹੜਾ ਰੇਲਵੇ ਟਰੈਕਸ ਦਾ, ਜਿਹੜਾ GT ਰੋਡਸ ਦਾ, ਅਗਰ ਇਹ ਨਾ ਹੁੰਦਾ ਤੇ ਕਿਆ ਮੁਗਲ ਇਹਨਾਂ ਨੂੰ ਤਾਮੀਰ ਕਰ ਚੁੱਕੇ ਦੇ ਕੇ ਹੁੰਦੇ? ਰਾਜੇ ਮਹਾਰਾਜਿਆਂ ਨੂੰ ਤੇ 100 ਸਾਲ ਤੇ ਫਰੰਗੀ ਅੰਗਰੇਜ਼ ਨੂੰ ਮਿਲਿਆ, ਤਕਰੀਬਨ 100-150 ਸਾਲ ਕਹਿ ਲਓ, ਲੇਕਿਨ ਰਾਜੇ ਮਹਾਰਾਜੇ ਤੇ ਸੈਂਕੜੋਂ ਸਾਲ ਇੱਥੇ ਰਹੇ। ਮੁਗਲ ਹੁਕਮਰਾਨ ਵੀ ਇੱਥੇ ਕਈ ਸਾਲ ਤੱਕ ਹੁਕਮਰਾਨ ਰਹੇ। ਉਹਨਾਂ ਨੇ ਕਿੰਨੀਆਂ ਸੜਕਾਂ ਬਣਵਾਈਆਂ, ਉਹਨਾਂ ਨੇ ਕਿੰਨਾ ਕੁਝ ਕੀਤਾ। ਇਹ ਜੰਗੋ ਜਦਲ 'ਚ ਹੀ ਰਹੀ ਸਾਰਾ ਇਲਾਕਾ ਜਿਹੜਾ। ਇਹਨੂੰ ਤੁਹਾਡੇ ਨਾਰਦਰਨ ਏਰੀਆਜ਼ ਦੇ ਵਿੱਚੋਂ, ਅਫਗਾਨਿਸਤਾਨ ਦੇ ਇਲਾਕਿਆਂ 'ਚੋਂ
ਉੱਥੋਂ ਆ ਕੇ ਫਤਹ ਕਰਦੇ ਰਹੇ ਲੋਕ, ਔਰ ਤਾਕਤ ਦਾ ਹੀ ਉਦੋਂ ਜ਼ੋਰ ਹੁੰਦਾ ਸੀ ਸਾਰਾ, ਔਰ ਉਹੋ ਹੀ ਚੀਜ਼ਾਂ ਅੱਗੇ ਲੈ ਕੇ बढ़ते ਰਹੇ। ਕੋਈ ਜਮਹੂਰੀਅਤ, ਕੋਈ ਇਸ ਕਿਸਮ ਦਾ ਨਿਜ਼ਾਮ ਜਿਹਦੇ ਵਿੱਚ ਮਸ਼ਾਵਰਤ ਸ਼ਾਮਲ ਹੋਵੇ, ਉਹ ਇਸਲਾਮੀ ਹੁਕਮਰਾਨਾਂ ਦੇ ਵਿੱਚ ਵੀ ਤੇ ਰਾਜਾ ਮਹਾਰਾਜਾ ਜਿਹੜੇ ਹਿੰਦੂ ਹੁੰਦੇ ਸਨ ਉਹਨਾਂ ਵਿੱਚ ਵੀ ਨਹੀਂ ਸੀ ਹੁੰਦੀ। ਉਹ ਤਕੱਬਰ ਮਜ਼ਾਜ ਸੀ ਜਿਹੜਾ ਗੁਲਾਮੀ ਨੂੰ ਹੀ ਪ੍ਰਮੋਟ ਕਰਦਾ ਰਿਹਾ। ਲਿਹਾਜ਼ਾ ਅਸੀਂ ਅੱਜ ਇੱਥੇ ਬ੍ਰੇਕ ਲਾਉਂਦੇ ਹਾਂ, ਸਬਕ ਇਹ ਹਾਸਲ ਕਰਨੇ ਆ ਇਸ ਮੁਆਸ਼ਰੇ ਦੇ ਵਿੱਚ ਅੱਜ ਵੀ ਜਿਹੜਾ ਸਲੇਵਰੀ ਮਾਈਂਡਸੈਟ ਹੈ, ਗੁਲਾਮਾਨਾ ਜ਼ਿਹਨ ਹੈ, ਔਰ ਅੱਜ ਵੀ ਇਹਦਾ ਤਾਲੁਕ ਜਿਹੜਾ ਸਾਡੇ ਰਾਜਾ ਮਹਾਰਾਜਿਆਂ ਨਾਲ ਹੈਗਾ ਜ਼ਿਆਦਾ, ਔਰ ਮੁਗਲਾਂ ਨਾਲ ਹੈਗਾ ਘੱਟ ਹੈਗਾ ਫਰੰਗੀ ਨਾਲ। ਕਿਉਂਕਿ ਰਾਜਾ ਮਹਾਰਾਜਿਆਂ ਨੇ ਤੇ ਮੇਰੀ ਨਜ਼ਰ ਦੇ ਵਿੱਚ, ਮੈਂ ਜਿੰਨੀ ਤਾਰੀਖ ਨੂੰ ਜਾਣਨਾ, ਉਹਨਾਂ ਦੀ ਕੰਟਰੀਬਿਊਸ਼ਨਸ ਇਸ ਖਿੱਤੇ ਦੀ ਤਰੱਕੀ ਵਾਸਤੇ ਜਾਂ ਮੁਗਲਾਂ ਦੀ ਇਸ ਇਲਾਕੇ ਦੀ ਤਰੱਕੀ ਵਾਸਤੇ, ਸਵਾਏ ਮਕਬਰਿਆਂ ਦੇ, ਸਵਾਏ ਜਿਹੜਾ ਇਹ ਪੁਰਾਣੀਆਂ ਇਮਾਰਤਾਂ ਬਣਾ ਕੇ ਰੱਖ ਦੇਣ ਦੇ, ਆਪਣੇ ਅਯਾਸ਼ੀ ਵਾਸਤੇ, ਆਪਣੇ ਜਿਹੜਾ ਕਹਿੰਦੇ ਨੇ ਬਜ਼ਮਾਂ ਸਜਾਉਣ ਵਾਸਤੇ, ਸ਼ਰਾਬੋ ਸ਼ਬਾਬ ਦੀਆਂ ਮਹਿਫਲਾਂ ਸਜਾਉਣ ਤੋਂ ਇਲਾਵਾ ਨਾ ਰਾਜਾ ਮਹਾਰਾਜਿਆਂ ਨੇ ਕੁਝ ਕੀਤਾ ਤੇ ਨਾ ਇਹਨਾਂ ਨੇ ਕੀਤਾ, ਮੁਗਲ ਹੁਕਮਰਾਨਾਂ ਨੇ ਜਿਹੜੇ ਮੁਸਲਮਾਨ ਸਨ। ਲੇਕਿਨ ਜਿਹੜਾ ਫਰੰਗੀ ਆਇਆ ਉਹਨੇ ਸ਼ਰਾਬੋ ਸ਼ਬਾਬ ਵੀ ਕੀਤਾ, ਲੇਕਿਨ ਉਹਨੇ ਕੰਮ ਵੀ ਕੀਤਾ, ਔਰ ਉਸ ਕੰਮ ਦਾ ਫਰੂਟ ਅਸੀਂ ਅੱਜ ਤੱਕ ਜਿਹੜਾ ਉਹ ਖਾ ਰਹੇ ਹਾਂ।